ਇਹ ਮੇਰੇ ਕੋਲ MS ਵਰਡ ਦੀ ਫਾਈਲ ਹੈ। ਅਸੀਂ ਸਿੱਖਣ ਜਾ ਰਹੇ ਹਾਂ ਕਿ ਯੂਨੀਕੋਡ ਦੀ ਵਰਤੋਂ ਕਿਵੇਂ ਕਰਨੀ ਹੈ। ਫਿਲਹਾਲ ਮੈਂ ਯੂਨੀਕੋਡ ਦੇ ਵਿੱਚ ਟਾਈਪ ਕਰਨ ਦੇ ਲਈ ਆਪਣਾ ਲੈਂਗੁਏਜ ਬਾਰ ਤੋਂ ਇੱਥੋਂ ਕੀਬੋਰਡ ਦੀ ਸਿਲੈਕਸ਼ਨ ਕਰਾਂਗਾ ਪੰਜਾਬੀ ਵਾਲੇ ਦੀ, ਔਰ ਇੱਥੇ ਮੈਂ ਟਾਈਪ ਕਰਨਾ ਸ਼ੁਰੂ ਕਰ ਦਿਆਂਗਾ। ਮੈਂ ਲਿਖਿਆ ਪੰਜਾਬੀ ਸਾਡੀ ਮਾਂ ਬੋਲੀ ਹੈ। ਠੀਕ ਹੈ ਜੀ। ਔਰ ਇਹ ਜਿਹੜੇ ਮੈਂ ਸ਼ਬਦ ਲਿਖੇ ਨੇ, ਜਿਹੜੀ ਇਹ ਲਾਈਨ ਲਿਖੀ ਹੈ, ਇਹ ਯੂਨੀਕੋਡ ਦੇ ਵਿੱਚ ਹੈ। ਇਹਦੀ ਪੁਸ਼ਟੀ ਕਰਨ ਦੇ ਲਈ ਤੁਸੀਂ ਉੱਤੇ ਫੌਂਟ ਵਾਲੇ ਬਾਕਸ ਦੇ ਵਿੱਚ ਜਾ ਕੇ ਵੇਖ ਸਕਦੇ ਹੋ, ਇੱਥੇ ਰਾਵੀ ਲਿਖਿਆ ਹੋਇਆ ਆ ਰਿਹਾ ਹੈ। ਅਗਲੀ ਲਾਈਨ ਮੈਂ ਅੰਗਰੇਜ਼ੀ ਦੀ ਲਿਖਦਾ। ਆਲਟ ਸ਼ਿਫਟ ਦੇ ਨਾਲ ਮੇਰਾ ਜਿਹੜਾ ਕੀਬੋਰਡ ਆਪਣੇ ਆਪ ਬਦਲ ਜਾਏਗਾ, ਲੈਂਗੁਏਜ ਬਦਲ ਜਾਏਗੀ, ਜਿਹੜਾ ਕਿ ਇੱਥੋਂ ਮਾਊਸ ਨਾਲ ਤੁਹਾਨੂੰ ਕਰਨ ਦੀ ਲੋੜ ਨਹੀਂ ਹੈ। ਆਲਟ ਸ਼ਿਫਟ ਦੱਬਿਆ, ਅੰਗਰੇਜ਼ੀ ਹੋ ਗਈ। तो मैं लिखा वी आर पंजाबीज। ठीक है जी। ऑल्ट शिफ्ट सर, ऑल्ट शिफ्ट वी आर लिविंग इन पंजाब। सपोज मैं ये एक लाइन जी लिखती कि असीं पंजाब च रहिंदे आ, सो अंग्रेजी दे विच पंजाबी लिखनी है तो तुसीं ਉਹੀ ਆਲਟ ਸ਼ਿਫਟ ਦੇ ਨਾਲ ਬਦਲ ਸਕਦੇ ਹੋ। ਸੋ ਮੈਂ ਤੁਹਾਨੂੰ ਇੱਕ ਚੀਜ਼ ਇਹ ਦੱਸਣ ਜਾ ਰਿਹਾ ਕਿ ਆਪਾਂ ਉੱਥੇ ਕੋਡਾਂ ਦੀ ਗੱਲ ਕੀਤੀ ਸੀਗੀ ਕਿ C ਦਾ ਕੋਡ ਹੈ ਉਹ ਹੈਗਾ ਜੀ 99। ਹੁਣ ਇਹ ਪਤਾ ਕਿਵੇਂ ਲੱਗਦਾ? ਇੱਥੇ ਮੰਨ ਲਵੋ C ਦਾ ਕੋਡ ਦੇਖਣਾ ਹੋਵੇ ਤਾਂ ਤੁਸੀਂ C ਦੇ ਸੱਜੇ ਹੱਥ ਕਰਸਰ ਦੇ ਨਾਲ ਕਲਿੱਕ ਕਰਨਾ ਹੈ। ਸੱਜੇ ਹੱਥ ਕਰਸਰ ਦੇ ਨਾਲ ਕਲਿੱਕ ਕਰਨਾ ਹੈ ਸੱਜੇ ਹੱਥ C ਦੇ, ਔਰ Alt X ਦਬ ਦੇਣਾ ਹੈ। Alt X ਜਿਵੇਂ ਹੀ ਦੱਬੋਗੇ ਤਾਂ C ਦੀ ਥਾਂ ਤੇ C ਦਾ ਕੋਡ ਆ ਜਾਏਗਾ 0063। ਠੀਕ ਹੈ ਜੀ। ਤਾਂ ਦੁਬਾਰਾ Alt X ਦੱਬੋਗੇ ਤਾਂ ਕੋਡ ਤੋਂ ਅੱਖਰ बढ़ ਜਾਏਗਾ। ਇਸੇ ਤਰ੍ਹਾਂ ਜੇ ਤੁਸੀਂ ਇੱਥੇ A ਦਾ ਕੋਡ ਦੇਖਣਾ ਹੈ ਤਾਂ A ਦੇ ਸੱਜੇ ਹੱਥ ਮੈਂ ਕਰਸਰ ਰੱਖਿਆ, Alt X ਦੱਬਿਆ, 0061 ਕਿਹਦਾ ਕੋਡ ਹੈ? A ਦਾ। ਇਵੇਂ ਹੀ ਪੰਜਾਬੀ ਦੇ ਵਿੱਚ ਯੂਨੀਕੋਡ ਜਿਹੜਾ ਆਪਾਂ ਲਿਖਿਆ ਹੈ ਉਹਦਾ ਕੋਡ ਵੀ ਅਸੀਂ ਦੇਖ ਸਕਦੇ ਹਾਂ। ਦੇਖੋ ਮੈਂ ਸੱਸੇ ਦਾ ਕੋਡ ਦੇਖਣਾ ਹੈ ਜਾਂ ਸੱਸੇ ਦਾ ਕੋਡ ਦੇਖਣਾ, ਇੱਥੇ ਸੱਸਾ ਮੈਂ ਪਾ ਲਿਆ ਪਹਿਲਾਂ। ਸੱਸੇ ਦੇ ਸੱਜੇ ਹੱਥ ਕਰਸਰ ਰੱਖਿਆ, Alt X ਦੱਬਿਆ, ਇਹਦਾ ਕੋਡ ਆ ਗਿਆ 0A38। ਇਹ ਵੱਡਾ ਕੋਡ ਹੈ ਕਿਉਂਕਿ ਯੂਨੀਕੋਡ ਹੈ, ਇਹਦੀ ਵੈਲਿਊ ਜ਼ਿਆਦਾ ਹੈ। ਪੁਰਾਣਾ ਕੋਡ ਜਿਹੜਾ ਸੀ ਉਹ ਜਿਹੜਾ ਸੀ ਸਾਡੇ ਕੋਲੇ ਅਸਕਾਈ ਸੀ, ਉਹਦੇ ਸਿਰਫ 256 ਤੱਕ ਹੀ ਅੱਖਰ ਆਉਂਦੇ ਸੀ। ਆ 99 ਹੈ, 256 ਤੋਂ ਵੱਧਦੇ ਨਹੀਂ ਸੀਗੇ, ਪਰ ਯੂਨੀਕੋਡ ਇੱਕ ਵੱਡਾ ਕੋਡ ਹੈ। ਇਸੇ ਤਰ੍ਹਾਂ ਤੁਸੀਂ ਜੇ ਅਨਮੋਲ ਲਿਪੀ ਦੇ ਵਿੱਚ ਕੁਝ ਟਾਈਪ ਕਰਦੇ ਹੋ, ਮੰਨ ਲਵੋ ਮੈਂ ਇਹਨੂੰ ਅੰਗਰੇਜ਼ੀ ਦੇ ਵਿੱਚ ਕਰ ਦਿੱਤਾ ਕੀਬੋਰਡ ਨੂੰ, ਉੱਤੋਂ ਮੈਂ ਜਿਹੜਾ ਚੂਜ਼ ਕਰ ਲਿਆ ਅਨਮੋਲ ਲਿਪੀ। ਠੀਕ ਹੈ ਜੀ। ਇੱਥੇ ਅਨਮੋਲ ਲਿਪੀ ਦੇ ਵਿੱਚ ਮੈਂ ਪਾਇਆ ਚਮਚ। ਠੀਕ ਹੈ ਜੀ। ਔਰ ਚਮਚ ਪਾ ਕੇ, ਚਮਚ ਕਿਹਦੇ ਤੋਂ ਪਿਆ? C ਤੋਂ, ਚੱਚਾ C ਤੋਂ ਪੈਂਦਾ ਸਾਨੂੰ ਪਤਾ ਹੈ। ਤੇ ਇੱਥੇ ਮੈਂ ਚੱਚੇ ਦਾ ਹੁਣ ਕੋਡ ਦੇਖਣਾ ਚਾਹੁੰਦਾ। ਇੱਥੇ ਵੀ ਜਾ ਕੇ ਮੈਂ Alt X ਕਰਾਂਗਾ, ਸੌਰੀ ਚੱਚੇ ਦਾ ਕੋਡ ਦੇਖਣ ਦੇ ਲਈ ਜਦੋਂ ਕੰਪਿਊਟਰ ਦੇ ਦੂਜੇ ਕੰਪਿਊਟਰ ਦੇ ਉੱਤੇ ਸਾਡਾ ਮੈਟਰ ਜਾਏਗਾ ਤਾਂ ਅੰਗਰੇਜ਼ੀ 'ਚ ਬਦਲ ਜਾਏਗਾ, ਜੇ ਅੰਗਰੇਜ਼ੀ 'ਚ ਬਦਲ ਜਾਏਗਾ ਤਾਂ ਉਹ C 'ਚ ਬਦਲ ਜਾਏਗਾ। ਹੁਣ ਇੱਥੇ ਕੋਡ ਦੇਖਾਂਗੇ C ਦਾ, ਉਹੀ ਕੋਡ ਜਿਹੜਾ ਹੈ ਉਹ 63 ਹੈ। ਪਹਿਲਾਂ ਵੀ ਇੱਥੇ ਵੀ ਮੈਂ ਦਿਖਾ ਰਿਹਾ ਸੀ C ਦਾ ਕੋਡ ਜਿਹੜਾ ਹੈ ਉਹ 63 ਹੈ। ਹੁਣ ਤੁਸੀਂ ਕਹੋਗੇ ਕਿ ਸਰ ਜਿਹੜਾ ਉੱਤੇ ਚੱਚੇ ਦਾ C ਦਾ ਕੋਡ ਹੈ ਉਹ 99 ਹੈ ਤੇ ਥੱਲੇ ਵਾਲਾ 63 ਹੈ, ਦੋਨਾਂ 'ਚ ਕੀ ਫਰਕ ਹੈ? ਦੇਖੋ ਇਹ ਹੈਕਸਾ ਡੈਸੀਮਲ ਵੈਲਿਊ ਹੈ ਔਰ ਇਹ ਹੈਗੀ ਹੈ ਸਾਡੇ ਕੋਲੇ ਡੈਸੀਮਲ ਵੈਲਿਊ। ਇਹਦੇ ਲਈ ਤੁਸੀਂ ਕੈਲਕੂਲੇਟਰ ਚਲਾ ਕੇ ਵੇਖ ਸਕਦੇ ਹੋ। ਜਿਹੜਾ ਕੈਲਕੂਲੇਟਰ ਕੰਪਿਊਟਰ ਦੇ ਵਿੱਚ ਹੁੰਦਾ ਹੈ ਉਹ ਸਟੈਂਡਰਡ ਕੈਲਕੂਲੇਟਰ ਹੁੰਦਾ ਹੈ। ਤੁਸੀਂ ਇਹਨੂੰ ਇੱਥੋਂ ਚੇਂਜ ਕਰਕੇ ਇਹਨੂੰ ਪ੍ਰੋਗਰਾਮਿੰਗ ਵਾਲਾ ਕੈਲਕੂਲੇਟਰ ਦੇ ਵਿੱਚ ਕਨਵਰਟ ਕਰ ਦਿਓ। ਤੁਸੀਂ ਹੈਕਸਾ ਡੈਸੀਮਲ ਵਿੱਚ ਟਾਈਪ ਕਰੋ 99, ਇਹ ਹੈਕਸ ਹੈ। ਇੱਥੇ ਟਾਈਪ ਕੀਤਾ 99। ਜਦੋਂ 99 ਹੈਕਸਾ ਡੈਸੀਮਲ ਦੇ ਵਿੱਚ ਅਸੀਂ ਟਾਈਪ ਕੀਤਾ 63, ਹੈਕਸ ਦੇ ਵਿੱਚ ਟਾਈਪ ਕੀਤਾ 63, ਤਾਂ ਇਹਦੀ ਜਿਹੜੀ ਡੈਸੀਮਲ ਵੈਲਿਊ ਕਿੰਨੀ ਆ ਗਈ? 99। ਤਾਂ ਕਰਕੇ ਇੱਥੇ ਭੁਲੇਖੇ 'ਚ ਨਹੀਂ ਪੈਣਾ। ਜਿਹੜੀ ਵੈਲਿਊ ਕੰਟਰੋਲ X ਕਰਨ ਦੇ ਨਾਲ ਸਾਡੇ ਕੋਲ ਆਉਂਦੀ ਹੈ ਉਹ ਹੈਕਸਾ ਡੈਸੀਮਲ ਵੈਲਿਊ ਹੈ, ਇਹ ਵਾਲੀ। ਤੇ ਜਿਹੜੀ ਵੈਲਿਊ ਅਸੀਂ ਕੈਲਕੂਲੇਟਰ ਦੇ ਰਾਹੀਂ ਫਾਈਂਡ ਕੀਤੀ ਹੈ 99, ਜਿਹੜੀ ਉਹਦੀ ਡੈਸੀਮਲ ਵੈਲਿਊ ਹੈ।
ਸੋ ਇਹ 2 ਨੰਬਰ ਸਿਸਟਮ ਹੁੰਦੇ ਨੇ ਕੰਪਿਊਟਰ ਦੇ ਵਿੱਚ, ਇਹਨਾਂ ਨੂੰ ਜ਼ਿਆਦਾ ਤਾਂ ਜਾਣਨ ਦੀ ਲੋੜ ਨਹੀਂ, ਪਰ ਇਹ ਸਮਝਣਾ ਹੈ ਕਿ ਇੱਕ ਡੈਸੀਮਲ ਨੰਬਰ ਸਿਸਟਮ ਹੈ ਜਿਹੜਾ ਆਪਾਂ ਆਮ ਜ਼ਿੰਦਗੀ ਦੇ ਵਿੱਚ ਵਰਤਦੇ ਹਾਂ, ਔਰ ਦੂਸਰਾ ਸਾਡੇ ਕੋਲ ਹੈਕਸਾਡੈਸੀਮਲ ਨੰਬਰ ਸਿਸਟਮ ਹੈ ਜਿਹੜਾ ਕੰਪਿਊਟਰ ਦੇ ਵਿੱਚ ਯੂਜ਼ ਹੁੰਦਾ ਹੈ। ਸੋ ਇੱਥੋਂ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਕਿਸੇ ਵੀ ਅੱਖਰ ਦਾ ਕੋਡ ਕਿਵੇਂ ਲੱਭਣਾ ਹੈ। ਉਹਦੇ ਲਈ ਸਿੰਪਲ ਸਾਡੇ ਕੋਲ ਅਲਟ ਪਲੱਸ ਐਕਸ ਬਟਨ ਦਾ ਇਸਤੇਮਾਲ ਕਰਕੇ ਅਸੀਂ ਕੋਈ ਵੀ ਜਿਹੜਾ ਕੋਡ ਹੈ ਉਹ ਅਸੀਂ ਲੱਭ ਸਕਦੇ ਹਾਂ। ਤੋ ਮੈਨੂੰ ਨਹੀਂ ਲੱਗਦਾ ਸਰ ਕਿ ਪੰਜਾਬੀ ਭਾਸ਼ਾ ਦਾ ਵੀ ਆਲ ਟੈਕਸ ਨਾਲ ਹੀ ਪਤਾ ਹਾਂਜੀ ਲੱਗੇਗਾ? ਹਾਂਜੀ, ਕਿਸੇ ਦਾ ਵੀ, ਚਾਹੇ ਪੰਜਾਬੀ ਹੋਵੇ, ਚਾਹੇ ਅੰਗਰੇਜ਼ੀ ਹੋਵੇ, ਚਾਹੇ ਪੁਰਾਣੇ ਫੌਂਟਾਂ 'ਚ ਲਿਖਿਆ ਹੋਵੇ, ਉਹਦਾ ਉਹ ਕੋਡ ਤੁਹਾਨੂੰ ਦੱਸ ਦੇਊਗਾ। ਠੀਕ ਹੈ ਜੀ। ਓਕੇ ਸਰ। ਅਗਲੀ ਮੈਂ ਗੱਲ ਇਹ ਕਰਨਾ ਕਿ ਅੰਗਰੇਜ਼ੀ ਦੇ ਵਿੱਚ ਆਪਣੇ ਕੋਲ ਇਹ ਲਾਈਨ ਲਿਖੀ ਹੋਈ ਸੀ। ਇਸ ਲਾਈਨ ਦੇ ਵਿੱਚ ਮੈਂ ਲਿਖਿਆ ਸੀ ਕਿ ਵੀ ਆਰ ਲਿਵਿੰਗ ਇਨ ਪੰਜਾਬ। ਠੀਕ ਹੈ ਜੀ। ਹੁਣ ਇਹ ਫੌਂਟ ਕਿਹੜਾ ਹੈ, ਉੱਤੇ ਦੇਖੋ ਕੈਲੀਬਰੀ ਆ ਰਿਹਾ ਫੌਂਟ, ਕੈਲੀਬਰੀ। ਜੇ ਮੈਂ ਇਸ ਫੌਂਟ ਨੂੰ ਕੈਲੀਬਰੀ ਦੀ ਥਾਂ ਦੇ ਉੱਤੇ ਜੇ ਇਹਨੂੰ ਮੈਂ ਰਾਵੀ ਦੇ ਵਿੱਚ ਸੌਰੀ ਏਰੀਅਲ ਦੇ ਵਿੱਚ ਚੇਂਜ ਕਰ ਦੇਵਾਂ, ਇਹਦੇ ਦੇਖੋ ਏਰੀਅਲ ਬਲੈਕ, ਤਾਂ ਕੀ ਹੋਇਆ? ਸਿਰਫ ਸ਼ੇਪ ਬਦਲੀ ਹੈ, ਅੱਖਰ ਕੋਈ ਨਹੀਂ ਬਦਲਿਆ। ਪਰ ਜੇ ਅਸੀਂ ਇੱਥੇ ਕੋਈ ਅਨਮੋਲ ਲਿਪੀ ਦੇ ਵਿੱਚ ਲਿਖੀਏ, ਅਨਮੋਲ ਲਿਪੀ ਦੇ ਵਿੱਚ ਕੁਝ ਵੀ ਲਿਖਦੇ ਹਾਂ, ਜਿਵੇਂ ਮੈਂ ਪੰਜਾਬੀ ਹਾਂ, ਇਹ ਮੈਂ ਅਨਮੋਲ ਲਿਪੀ ਦੇ ਵਿੱਚ ਲਿਖਿਆ, ਇਹਦੀ ਮੈਂ ਸੇਮ ਕਾਪੀ ਥੱਲੇ ਰੱਖ ਲੈਣਾ ਅਨਮੋਲ ਲਿਪੀ ਵਾਲੇ ਦੀ, ਔਰ ਥੱਲੜੀ ਲਾਈਨ ਨੂੰ ਮੈਂ ਅਨਮੋਲ ਲਿਪੀ ਦੀ ਥਾਂ ਤੇ ਇੱਥੇ ਫੌਂਟ ਲਗਾ ਦੇਣਾ ਅਸੀਸ। तो देखो गड़बड़ हो गया सारा ना। किस करके गड़बड़ होया? क्योंकि अनमोल लिपि वाले अखरां दे कोड होर तरीके दे ने और इन्हां दे कोड होर तरीके दे ने। फॉन्ट जिहड़ी मैपिंग है वो उल्ट पुलट है, तो सब कुछ बदल गया। पर अंग्रेजी ਦੇ ਵਿੱਚ ਤੁਸੀਂ ਦੇਖਿਆ ਸੀ ਕਿ ਉਹਦੀ ਸਿਰਫ ਸ਼ੇਪ ਹੀ ਬਦਲੀ ਸੀਗੀ। ਹੁਣ ਆਹ ਵਾਲਾ ਤਾਂ ਆਪਾਂ ਮਸਲਾ ਵੈਸੇ ਹੀ ਛੱਡ ਦਿੱਤਾ। ਕਾਰਨ ਕੀ ਹੈ ਕਿ ਇਹ ਪੁਰਾਣੇ ਫਾਉਂਟ ਨੇ, ਇਹਨਾਂ ਨੂੰ ਤਾਂ ਵਰਤਣਾ ਹੀ ਨਹੀਂ, ਕਿਉਂਕਿ ਇਹਨਾਂ ਵਿੱਚ ਤਾਂ ਸਮੱਸਿਆਵਾਂ ਹੀ ਬਹੁਤ ਨੇ। ਹੁਣ ਸਾਡੇ ਕੋਲ ਜਿਹੜਾ ਯੂਨੀਕੋਡ ਹੈ ਉਹ ਲਾਈਕ ਆ ਇੰਗਲਿਸ਼ ਲੈਂਗੁਏਜ ਹੈ। ਜਿਵੇਂ ਅੰਗਰੇਜ਼ੀ ਦੇ ਵਿੱਚ ਸਿਰਫ ਸ਼ੇਪ ਬਦਲਦੀ, ਅੱਖਰ ਨਹੀਂ ਬਦਲਦੇ, ਉਸੇ ਤਰ੍ਹਾਂ ਇੱਕ ਯੂਨੀਕੋਡ ਫਾਉਂਟ ਦੇ ਵਿੱਚ ਤੁਸੀਂ ਟਾਈਪ ਕੀਤਾ, ਮੰਨ ਲਓ ਰਾਵੀ 'ਚ ਟਾਈਪ ਕੀਤਾ, ਇਹਨੂੰ ਸਿਲੈਕਟ ਕਰ ਲਿਆ, ਇਹਨੂੰ ਹੁਣ ਕਿਸੇ ਵੀ ਦੂਜੇ ਯੂਨੀਕੋਡ ਵਿੱਚ ਬਦਲੋਗੇ, ਅੱਖਰ ਨਹੀਂ ਬਦਲਣਗੇ, ਸ਼ੇਪ ਬਦਲੇਗੀ। ਮਤਲਬ ਅੰਗਰੇਜ਼ੀ ਤਰ੍ਹਾਂ ਤੁਸੀਂ ਕੰਮ ਕਰ ਸਕਦੇ ਹੋ। ਮੈਂ ਇੱਥੇ ਹੀ ਇੱਕ ਨਵਾਂ ਫਾਉਂਟ ਜਿਹੜਾ ਨਿਰਮਲਾ ਹੈ, ਨਿਰਮਲਾ, ਨਿਰਮਲਾ ਦੇ ਵਿੱਚ ਬਦਲਿਆ, ਸਿਰਫ ਸ਼ੇਪ ਚੇਂਜ ਹੋਈ ਹੈ। ਤੁਸੀਂ ਦੇਖ ਰਹੇ ਹੋ ਸ਼ੇਪ ਬਦਲੀ ਹੈ, ਅੱਖਰ ਕੋਈ ਨਹੀਂ ਬਦਲਿਆ, ਉੱਪਰ ਨਿਰਮਲਾ ਫਾਉਂਟ ਆ ਰਿਹਾ। ਇੱਥੇ ਮੈਂ ਫਾਉਂਟ ਲੈਣਾ ਓਅੰਕਾਰ, ਹੁਣ ਦੇਖੋ ਸਿਰਫ ਸ਼ੇਪ ਬਦਲੀ ਹੈ, ਕਿੰਨੀ ਸੋਹਣੀ ਸ਼ੇਪ ਆ ਗਈ। ਇੱਥੇ ਮੈਂ ਫਾਉਂਟ ਲੈਣਾ AKASH ਆਕਾਸ਼, ਸਿਰਫ ਸ਼ੇਪ ਬਦਲੀ ਹੈ। ਇੱਥੇ ਯੂਨੀਕੋਡ ਫਾਉਂਟ ਮੇਰੇ ਕੋਲ ਹੈ ਜੀ ਸਕਲ ਭਾਰਤੀ ਹੈ, ਦੇਖੋ ਕਿੰਨਾ ਸੋਹਣਾ ਫਾਉਂਟ ਹੈ। ਇਸੇ ਤਰ੍ਹਾਂ ਦੇ ਹੋਰ ਬਹੁਤ ਫਾਉਂਟ ਨੇ। ਨੋਟੋ ਜਿਹੜਾ ਕਿ ਗੂਗਲ ਦਾ ਬਣਾਇਆ ਫਾਉਂਟ ਹੈ, ਦੇਖੋ ਇਹ ਕਿੰਨਾ ਸੋਹਣਾ ਸੁੰਦਰ ਫਾਉਂਟ ਹੈ। ਸੋ ਇੱਥੋਂ ਤੁਹਾਨੂੰ ਇਹ ਚੀਜ਼ ਕਲੀਅਰ ਹੋਣੀ ਚਾਹੀਦੀ ਹੈ ਕਿ ਯੂਨੀਕੋਡ ਦਾ ਮਤਲਬ ਕੱਲਾ ਰਾਵੀ ਨਹੀਂ ਹੈ। ਰਾਵੀ ਤਾਂ ਇੱਕ ਫਾਉਂਟ ਦਾ ਨਾਮ ਹੈ, ਯੂਨੀਕੋਡ ਇੱਕ ਸਿਸਟਮ ਦਾ ਨਾਮ ਹੈ। ਯੂਨੀਕੋਡ ਸਿਸਟਮ ਵਾਲੇ ਸਾਡੇ ਕੋਲੇ 2 ਦਰਜਨ ਤੋਂ ਵੱਧ ਫਾਉਂਟ ਬਣ ਚੁੱਕੇ ਨੇ, ਜਿਨ੍ਹਾਂ ਦੀ ਵੱਖਰੀ ਵੱਖਰੀ ਸ਼ੇਪ ਹੈ, ਉਹਨਾਂ ਦਾ ਕੋਡ ਫਿਕਸ ਹੈ। ਦੇਖੋ ਪਹਿਲਾਂ ਰਾਵੀ 'ਚ ਸੀਗਾ ਮੈਟਰ, ਤੋ ਪੱਪਾ ਅਸੀਂ ਪਾਇਆ, ਪੱਪੇ ਦਾ ਜਿਹੜਾ ਕੋਡ ਸੀਗਾ ਉਹ ਫਿਕਸ ਰਿਹਾ। ਜਦੋਂ ਦੁਬਾਰਾ ਅਸੀਂ ਨੋਟੋ ਸਾਂਝ ਦੇ ਵਿੱਚ ਅਸੀਂ ਇਹਨੂੰ ਕਨਵਰਟ ਕੀਤਾ ਤਾਂ ਪੱਪੇ ਦਾ ਕੋਡ ਫਿਕਸ ਹੈ, ਫਿਕਸ ਕਰਕੇ ਹੀ ਉਹ ਪੱਪੇ ਨੂੰ ਇਹ ਪੱਪਾ ਹੀ ਰਿਹਾ, ਪੱਪੇ ਤੋਂ ਕੁਝ ਹੋਰ ਨਹੀਂ ਬਦਲਿਆ। ਸੋ ਇਸ ਕਰਕੇ ਯੂਨੀਕੋਡ ਫਾਉਂਟਾਂ ਦੀ ਜਿਹੜੀ ਹੈ ਉਹ ਮਹੱਤਤਾ ਜਿਹੜੀ ਹੈ ਹੋਰ ਵੀ ਵੱਧ ਜਾਂਦੀ ਹੈ। ਮੈਂ ਅੱਗੇ ਕੀ ਕਰਦਾ ਕਿ ਇਹ ਜਿਹੜਾ ਸਾਡੇ ਕੋਲ ਮੈਟਰ ਹੈ ਇਹਨੂੰ ਮੈਂ ਸ਼ਬਦਾਂ ਦੇ ਵਿੱਚ ਤੋੜ ਲੈਣਾ, ਐਂਟਰ ਮਾਰ ਕੇ, ਠੀਕ ਹੈ ਜੀ, ਤੋੜ ਲਿਆ। ਸੋ ਇਹਨੂੰ ਮੈਂ ਜੇ ਸੌਰਟ ਕਰਨਾ ਚਾਹੁੰਦਾ ਤਾਂ ਅੰਗਰੇਜ਼ੀ ਦੀ ਤਰ੍ਹਾਂ ਸੌਰਟ ਵੀ ਕਰ ਸਕਦਾ, ਪਰ ਜੇ ਸੌਰਟ ਕਰਨਾ ਹੋਵੇ ਅਨਮੋਲ ਲਿਪੀ ਵਾਲੇ ਮੈਟਰ ਨੂੰ ਜਾਂ ਅਸੀਸ ਵਾਲੇ ਨੂੰ, ਉਹ ਸੌਰਟ ਨਹੀਂ ਹੋਏਗਾ। ਮੈਂ ਇਹਨਾਂ ਨੂੰ ਸੌਰਟ ਕਰਨਾ, ਇਹ ਤਾਂ ਥੋੜਾ ਜਿਹਾ ਮੈਟਰ ਹੈ, ਬਹੁਤ ਹਜ਼ਾਰਾਂ ਲੱਖਾਂ ਸ਼ਬਦ ਨੇ, ਉਹਨਾਂ ਨੂੰ ਤੁਸੀਂ ਨਾਵਾਂ ਦੇ ਹਿਸਾਬ ਨਾਲ ਅਲਫਾਬੈਟਿਕਲੀ ਡਿਕਸ਼ਨਰੀ ਦੇ ਹਿਸਾਬ ਨਾਲ ਸੌਰਟ ਕਰਨਾ, ਤਾਂ ਹੋਮ ਦੇ ਵਿੱਚ ਜਾ ਕੇ ਆਹ ਜਿਹੜਾ ਤੁਹਾਡੇ ਕੋਲ ਸਿੰਬਲ ਹੈ A to Z ਸੌਰਟ ਵਾਲਾ, ਇੱਥੇ ਟੱਚ ਕਰਨਾ, ਕਲਿੱਕ ਕਰਨਾ, ਔਰ ਇਹ ਸਾਡੇ ਕੋਲੇ ਅਸੈਂਡਿੰਗ ਆ ਗਿਆ, ਡਿਸੈਂਡਿੰਗ ਆ ਗਿਆ। ਇਹਦੇ 'ਚ ਤੁਸੀਂ
ਵੱਧਦੇ ਕ੍ਰਮ 'ਚ ਕਰਨਾ ਹੈ ਤਾਂ ਅਸੈਂਡਿੰਗ ਦੇ ਉੱਤੇ ਟੱਚ ਕਲਿੱਕ ਕਰਕੇ ਓਕੇ ਕਰ ਦਿਓ, ਤਾਂ ਤੁਸੀਂ ਦੇਖੋਗੇ ਊੜੇ ਆੜੇ ਦੇ ਹਿਸਾਬ ਨਾਲ ਸੱਸਾ ਪਹਿਲਾਂ ਹੁੰਦਾ ਹੈ, ਫਿਰ ਹਾਹਾ। ਠੀਕ ਹੈ ਜੀ। ਜੇ ਹੋਰ ਵੀ ਮੈਂ ਕੋਈ ਸ਼ਬਦ ਲੈ ਲੈਣਾ ਸੱਸੇ ਵਾਲੇ, ਮੈਂ ਇੱਥੇ ਲਿਖਤਾ ਸੂरमा। ਠੀਕ है जी। और मैं लिख देता सितारा, और फिर लिख देता मैं हन। ठीक है जी। और मैं लिख देता होणगे। फिर मैं कुछ शब्द होर लिखता, पप्पे ते भी कई शब्द मैं लिख लेना। पंजाबी की थां ते मैं लिखता पा ਪਾਰਾ। ਠੀਕ ਹੈ ਜੀ। ਇਹ ਸਾਰੇ ਸ਼ਬਦ ਨੇ। ਹੁਣ ਮੈਂ ਇਹਨਾਂ ਨੂੰ ਸੌਰਟ ਕਰਕੇ ਦਿਖਾਉਣਾ, ਤੁਸੀਂ ਦੇਖੋਗੇ ਕਿ ਡਿਕਸ਼ਨਰੀ ਦੇ ਹਿਸਾਬ ਨਾਲ ਹੀ ਇਹ ਸਾਰਾ ਕੁਝ ਕਰੇਗਾ, ਔਰ ਇਹਦੇ 'ਚ ਕਿਤੇ ਵੀ ਕੋਈ ਜਿਹੜੀ ਹੈ ਉਹ ਦਿੱਕਤ ਨਹੀਂ ਆਏਗੀ। ਮੈਂ ਇਹਨੂੰ ਸੌਰਟ ਕਰਨ ਜਾ ਰਿਹਾ, ਦੁਬਾਰਾ ਸੌਰਟ ਕੀਤਾ ਹੈ। ਦੇਖੋ ਸੱਸੇ ਵਾਲੇ ਸ਼ਬਦ ਪਹਿਲਾਂ ਆ ਗਿਆ, ਸੱਸਾ ਪਹਿਲਾਂ ਕੋਈ ਮੁਕਤੇ ਵਾਲਾ ਸ਼ਬਦ ਹੁੰਦਾ, ਸਿਆਰੀ ਬਿਆਰੀ ਤੋਂ ਬਿਨਾਂ ਵਾਲਾ, ਉਹ ਆਣਾ ਸੀ, ਪਰ ਇੱਥੇ ਫਿਲਹਾਲ ਨਹੀਂ ਹੈ। ਪਹਿਲਾਂ ਕੰਨਾ ਆ ਗਿਆ, ਫਿਰ ਸਿਆਰੀ, ਫਿਰ ਦੁਲੈਂਕੜ, ਫਿਰ ਹਾਹਾ, ਮੁਕਤਾ, ਫਿਰ ਹਾਹਾ, ਦੁਲਾਵਾ, ਫਿਰ ਹੋੜਾ, ਇਵੇਂ ਪੱਪੇ ਟਿੱਪੀ ਵਾਲਾ, ਫਿਰ ਕੰਨੇ ਵਾਲਾ। ਸੋ ਇਸ ਤਰੀਕੇ ਦੇ ਨਾਲ ਯੂਨੀਕੋਡ ਦੇ ਵਿੱਚ ਤੁਸੀਂ ਇਹ ਸਾਰਾ ਕੰਮ ਜਿਹੜਾ ਹੈ ਉਹ ਕਰ ਸਕਦੇ ਹੋ। ਜੇ ਤੁਸੀਂ ਸੌਰਟ ਕਰਨਾ ਹੈ, ਤੁਹਾਡਾ ਮੈਟਰ ਯੂਨੀਕੋਡ ਦੇ ਵਿੱਚ ਹੋਣਾ ਜ਼ਰੂਰੀ ਹੈ। ਹੁਣ ਅਗਲੀ ਗੱਲ ਹੈ ਕਿ ਅਸੀਂ ਆਪਣੀ ਫਾਈਲ ਦਾ ਨਾਮ ਵੀ ਯੂਨੀਕੋਡ ਵਿੱਚ ਰੱਖ ਸਕਦੇ ਹਾਂ। ਫਾਈਲ ਨੂੰ ਸੇਵ ਕੀਤਾ, ਫਾਈਲ ਵਿੱਚ ਗਏ, ਸੇਵ, ਬਰਾਊਜ਼ ਕੀਤਾ। ਮੈਂ ਡੈਸਕਟਾਪ ਦੇ ਉੱਤੇ ਫਾਈਲ ਬਣਾਉਣਾ ਚਾਹੁੰਦਾ, ਮੈਂ ਇੱਥੇ ਫਾਈਲ ਦਾ ਨਾਮ ਰੱਖਿਆ, ਪਹਿਲਾਂ ਤਾਂ ਮੈਂ ਕੀਬੋਰਡ ਬਦਲੇ ਆਲਟ ਸ਼ਿਫਟ ਦੇ ਨਾਲ ਪੰਜਾਬੀ, ਫਿਰ ਮੈਂ ਫਾਈਲ ਦਾ ਨਾਮ ਰੱਖਿਆ ਜੀ ਯੂਨੀਕੋਡ। ਠੀਕ ਹੈ ਜੀ। ਸੇਵ ਕੀਤਾ, ਤਾਂ ਡੈਸਕਟਾਪ ਦੇ ਉੱਤੇ ਜਾ ਕੇ ਦੇਖਿਆ ਯੂਨੀਕੋਡ ਨਾਂ ਦੀ ਇਹ ਸਾਡੇ ਕੋਲੇ ਫਾਈਲ ਬਣ ਗਈ ਹੈ। ਤੁਸੀਂ ਇੱਥੇ ਪੰਜਾਬੀ ਦੇ ਨਾਮ ਵਾਲਾ ਕੋਈ ਫੋਲਡਰ ਵੀ ਬਣਾ ਸਕਦੇ ਹੋ, ਉਸੇ ਤਰ੍ਹਾਂ ਜਿਵੇਂ ਅੰਗਰੇਜ਼ੀ ਦਾ ਬਣਾਉਂਦੇ ਸੀ। ਰਾਈਟ ਕਲਿੱਕ ਕੀਤਾ, ਨਿਊ ਤੇ ਗਏ, ਫੋਲਡਰ ਤੇ ਗਏ, ਇੱਥੇ ਫੋਲਡਰ ਦੇ ਉੱਤੇ ਟਾਈਪ ਕਰ ਲਿਆ ਕੋਰਸ। ਪਹਿਲਾਂ ਜਿਹੜਾ ਹੈ ਚਲਾ ਲੈਣਾ ਕੀਬੋਰਡ, ਫਿਰ ਕੋਰਸ। ਤਾਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਨਜ਼ਰ ਆ ਰਿਹਾ ਹੋਣਾ, ਮੈਂ ਵੱਡਾ ਕਰਕੇ ਵੀ ਦਿਖਾ ਦਿੰਦਾ ਕਿ ਇਹ ਦੋ ਚੀਜ਼ਾਂ ਅਸੀਂ ਪੰਜਾਬੀ ਵਿੱਚ ਬਣਾਈਆਂ ਨੇ। ਇੱਕ ਫਾਈਲ ਦਾ ਨਾਮ ਪੰਜਾਬੀ 'ਚ ਰੱਖਿਆ, ਇੱਕ ਫੋਲਡਰ ਦਾ ਨਾਮ ਅਸੀਂ ਪੰਜਾਬੀ 'ਚ ਰੱਖਿਆ। ਇਹਨਾਂ ਫਾਈਲਾਂ ਤੇ ਫੋਲਡਰਾਂ ਨੂੰ ਅਸੀਂ ਫਾਈਂਡ ਵੀ ਕਰ ਸਕਦੇ ਹਾਂ। ਤੁਸੀਂ ਦੇਖਿਆ ਸਲਾਈਡ ਦੇ ਵਿੱਚ ਕਿ ਯੂਨੀਕੋਡ ਦੇ ਲਾਭ ਕਿਹੜੇ-ਕਿਹੜੇ ਨੇ। ਉਹਦੇ 'ਚ ਇੱਕ ਲਾਭ ਇਹ ਵੀ ਸੀ ਕਿ ਲੱਭ ਕੇ ਵੀ ਦੇ ਸਕਦਾ ਹੈ ਕਿ ਫਾਈਲ ਫੋਲਡਰ ਦਾ ਨਾਮ ਜਿਹੜਾ ਪੰਜਾਬੀ ਵਿੱਚ ਕਿੱਥੇ ਫਾਈਲ ਸੇਵ ਕੀਤੀ ਸੀ। ਜੇ ਅਸੀਂ ਭੁੱਲ ਗਏ ਤਾਂ ਤੁਸੀਂ ਸਿੰਪਲੀ ਸਟਾਰਟ ਬਟਨ ਦੇ ਉੱਤੇ ਕਲਿੱਕ ਕਰਨਾ ਹੈ ਔਰ ਟਾਈਪ ਕਰਨਾ ਹੈ। ਮੰਨ ਲਓ ਕੋਰਸ ਵਾਲੀ ਫਾਈਲ ਅਸੀਂ ਫਾਈਂਡ ਕਰਨਾ ਚਾਹੁੰਦੇ ਹਾਂ, ਕੋਰਸ ਟਾਈਪ ਕੀਤਾ ਤੇ ਇਹ ਦੇਖੋ ਸਾਡੇ ਕੋਲੇ ਇਹ ਫਾਈਲ ਉਹਨੇ ਕੋਰਸ ਜਿਹੜਾ ਫੋਲਡਰ ਹੈ ਉਹ ਲੱਭ ਕੇ ਦੇ ਦਿੱਤਾ, ਕਹਿੰਦਾ ਬੈਸਟ ਮੈਚ, ਇਹ ਮੈਚ ਹੋ ਗਿਆ। ਸੋ ਇਸੇ ਤਰ੍ਹਾਂ ਫਾਈਲਾਂ ਦੇ ਨਾਮ ਵੀ ਤੁਸੀਂ ਸਰਚ ਕਰ ਸਕਦੇ ਹੋ ਤੇ ਫੋਲਡਰਾਂ ਦੇ ਨਾਮ ਵੀ ਸਰਚ ਕਰ ਸਕਦੇ ਹੋ। ਤਾਂ ਬਹੁਤ ਸਾਰੀਆਂ ਸੁਵਿਧਾਵਾਂ ਨੇ, ਉਹਨਾਂ 'ਚ ਇੱਕ ਸੁਵਿਧਾ ਯੂਨੀਕੋਡ ਦਾ ਇੱਕ ਫਾਇਦਾ ਇਹ ਵੀ ਹੈ ਕਿ ਤੁਸੀਂ ਗੂਗਲ ਦੇ ਵਿੱਚ ਬੈਠੇ ਹੋ। ਗੂਗਲ ਦੇ ਵਿੱਚ ਮੈਂ ਇੱਥੇ ਜਿਹੜਾ ਬਰਾਊਜ਼ਰ ਖੋਲ ਲੈਣਾ, ਬਰਾਊਜ਼ਰ ਦੇ ਵਿੱਚ ਤੁਸੀਂ ਦੇਖੋਗੇ ਕਿ ਗੂਗਲ ਸਰਚ ਇੰਜਨ ਦੇ ਵਿੱਚ ਕਿਵੇਂ ਤੁਸੀਂ ਟਾਈਪ ਕਰ ਸਕਦੇ ਹੋ। ਮੈਂ ਬਰਾਊਜ਼ਰ ਖੋਲ੍ਹਿਆ, ਬਰਾਊਜ਼ਰ ਦੇ ਵਿੱਚ ਮੈਂ ਇੱਥੇ ਨਵੇਂ ਟੈਬ ਦੇ ਵਿੱਚ ਕੀ ਕਰਦਾ ਕਿ ਗੂਗਲ ਖੋਲ੍ਹ ਲਿਆ ਔਰ ਗੂਗਲ ਦੇ ਵਿੱਚ ਮੈਂ ਟਾਈਪ ਕਰਨ ਲੱਗਿਆ ਪੰਜਾਬੀ ਵਰਤਣਾ। ਜੇ ਮੈਂ ਕੋਈ ਪੰਜਾਬੀ ਦੀਆਂ ਫਾਈਲਾਂ ਲੱਭਣੀਆਂ ਨੇ, ਪੰਜਾਬੀ ਦੇ ਵਿੱਚ ਜਾਣਕਾਰੀ ਲੱਭਣੀ ਹੈ ਇੰਟਰਨੈਟ ਤੋਂ, ਵੈਬਸਾਈਟਾਂ ਤੋਂ, ਤਾਂ ਸਾਨੂੰ ਰੋਮਨ ਦੇ ਵਿੱਚ ਲਿਖਣ ਦੀ ਕੋਈ ਲੋੜ ਨਹੀਂ। ਉਹਦੇ ਨਾਲ ਸਾਨੂੰ ਵਧੀਆ ਰਿਜ਼ਲਟ ਜਿਹੜੇ ਨੇ ਉਹ ਨਹੀਂ ਮਿਲਣਗੇ। ਮੰਨ ਲਓ ਤੁਸੀਂ ਲੱਭਣਾ ਚਾਹੁੰਦੇ ਹੋ ਪੰਜਾਬੀ ਭੰਗੜਾ, ਤਾਂ ਮੈਂ ਜੇ ਇੱਥੇ ਟਾਈਪ ਕਰਾਂ ਪੰਜਾਬੀ ਭੰਗੜਾ, ਤਾਂ ਮੈਨੂੰ ਨਹੀਂ ਲੱਗਦਾ ਕਿ ਬਹੁਤ ਵਧੀਆ ਸਾਨੂੰ ਇਹਦੇ ਰਿਜ਼ਲਟ ਮਿਲਣਗੇ। ਦੇਖੋ ਰਿਜ਼ਲਟਾਂ ਦੀ ਗਿਣਤੀ ਬਹੁਤ ਹੈ, ਪਰ ਇੰਨੇ ਵਧੀਆ ਨਤੀਜੇ ਗੂਗਲ ਸਾਨੂੰ ਨਹੀਂ ਦੇਗਾ। ਅਸੀਂ ਇੱਥੇ ਜੇ ਪੰਜਾਬੀ ਵਿੱਚ ਹੀ, ਗੁਰਮੁਖੀ ਵਿੱਚ ਹੀ ਟਾਈਪ ਕਰਾਂਗੇ, ਕੀਬੋਰਡ ਆਪਣਾ ਚਲਾ ਕੇ ਮੈਂ ਸਿਰਫ ਭੰਗੜਾ ਲਿਖਾਂਗਾ, ਤਾਂ ਭੰਗੜੇ ਨਾਲ ਸੰਬੰਧਿਤ ਦੇਖੋ ਲੱਖਾਂ ਦੀ ਗਿਣਤੀ ਦੇ ਵਿੱਚ ਆ ਦੇਖੋ ਕਿੰਨੀ ਵੱਡੀ ਗਿਣਤੀ ਹੈ। 1 ਕਰੋੜ 28 ਲੱਖ ਰਿਜ਼ਲਟ ਸਾਨੂੰ ਉਸਨੇ ਦੇ ਦਿੱਤੇ।
ਸੋ ਇੱਕ ਤਾਂ ਵੱਡੀ ਗੱਲ ਇਹ ਹੈ ਕਿ ਪੰਜਾਬੀ ਦੇ ਵਿੱਚ ਅੰਗਰੇਜ਼ੀ ਦੇ ਮੁਕਾਬਲੇ ਇੰਟਰਨੈਟ ਦੇ ਉੱਤੇ ਬਹੁਤ ਘੱਟ ਮੈਟਰ ਹੈ, ਇਸ ਗੱਲ ਵਿੱਚ ਕੋਈ ਸ਼ੰਕਾ ਨਹੀਂ। ਪਰ ਜਿੰਨਾ ਹੈ ਉਹਨੂੰ ਅਸੀਂ ਸਹੀ ਤਰੀਕੇ ਨਾਲ ਲੱਭਦੇ ਨਹੀਂ। ਤਾਂ ਪੰਜਾਬੀ ਵਿਕੀਪੀਡੀਆ ਵੈਬਸਾਈਟ ਜਿਹੜੀ ਇਨਸਾਈਕਲੋਪੀਡੀਆ ਹੈ, ਇੱਥੋਂ ਇਹ ਰਿਜ਼ਲਟ ਆ ਰਿਹਾ, ਦੂਜਾ ਵੀ ਉੱਥੋਂ ਆ ਰਿਹਾ, ਤੀਜਾ ਵੀ ਉੱਥੋਂ ਆ ਰਿਹਾ। ਅੱਗੇ ਪੰਜਾਬੀਪੀਡੀਆ ਯੂਨੀਵਰਸਿਟੀ ਦੀ ਆਪਣੀ ਵੈਬਸਾਈਟ ਹੈ, ਉੱਥੋਂ ਆ ਰਿਹਾ। ਇਸੇ ਤਰ੍ਹਾਂ ਜਿਵੇਂ ਇੱਥੇ ਸ਼ਬਦ ਪਾਣਾ ਕੰਪਿਊਟਰ, ਤਾਂ ਤੁਸੀਂ ਦੇਖੋ ਇਹਦੇ 'ਚ ਕਿਹੜੀ-ਕਿਹੜੀ ਵੈਬਸਾਈਟਸ ਆ ਰਹੀਆਂ ਨੇ। ਪਹਿਲੀ ਵੀ ਵਿਕੀਪੀਡੀਆ ਆ ਰਹੀ ਹੈ, ਦੂਸਰੀ ਵੀ ਵਿਕੀਪੀਡੀਆ ਆ ਰਹੀ ਹੈ, ਬਹੁਤ ਸਾਰੀਆਂ ਵੈਬਸਾਈਟਸ ਇਸ ਤਰ੍ਹਾਂ ਉਹ ਤੁਹਾਨੂੰ ਦਿਖਾ ਦੇਗਾ। ਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਪੰਜਾਬੀ ਦੇ ਵਿੱਚ ਯੂਨੀਕੋਡ ਦੇ ਵਿੱਚ ਟਾਈਪ ਕਰਨਾ ਹੈ, ਤਾਂ ਤੁਹਾਨੂੰ ਸਹੀ ਰਿਜ਼ਲਟ ਜਿਹੜੇ ਨੇ ਉਹ ਨਜ਼ਰ ਆਉਣਗੇ। ਤੁਸੀਂ ਆਪਦਾ ਨਾਮ ਹੀ ਟਾਈਪ ਕਰਕੇ ਦੇਖ ਸਕਦੇ ਹੋ, ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਇੰਟਰਨੈਟ ਦੇ ਉੱਤੇ ਕੋਈ ਖਬਰ ਜਾਂ ਕੋਈ ਕੰਮ ਤੁਸੀਂ ਕੀਤਾ ਤੇ ਨੈਟ ਤੇ ਛਪਿਆ ਤੇ ਉਹ ਵੀ ਆ ਜਾਊ। ਤਾਂ ਮੈਂ ਆਪਣਾ ਨਾਂ ਕੀਤਾ, ਤਾਂ ਇੱਥੇ ਵਿਕੀਪੀਡੀਆ ਦੇ ਉੱਤੇ ਵੀ ਐਂਟਰੀ ਪਈ ਹੈ, 2 ਐਂਟਰੀਆਂ ਪਈਆਂ ਨੇ, ਫੇਸਬੁੱਕ ਵੀ ਆ ਗਈ, ਪੰਜਾਬੀ ਯੂਨੀਵਰਸਿਟੀ ਵੀ ਆ ਗਈ, ਔਰ ਪੰਜਾਬੀ ਟ੍ਰਿਬਿਊਨ ਦੇ ਵਿੱਚ ਵੀ ਆ ਗਿਆ, ਸੀਪੀ ਕੰਬੋਜ ਵਰਡਪ੍ਰੈਸ ਦੇ ਵਿੱਚ ਆ ਗਿਆ, ਗੂਗਲ ਸਾਈਟਸ ਦੇ ਵਿੱਚ ਆ ਗਿਆ ਮੇਰਾ ਨਾਮ। ਤਾਂ ਇਹ ਅਲੱਗ-ਅਲੱਗ ਜਿਹੜੀ ਜਾਣਕਾਰੀ ਹੈ ਮੇਰੇ ਬਾਰੇ, ਉਹ 33,80,000 ਵੈਬਸਾਈਟਾਂ ਦੇ ਉੱਤੇ ਛਾਇਆ ਹੋਈ ਪਈ ਹੈ। ਜੇ ਮੈਂ ਇਹੀ ਇਮੇਜ ਦੇਖਣਾ ਚਾਹਾਂ ਤਾਂ ਇਮੇਜ ਵੀ ਤੁਹਾਨੂੰ ਇਸ ਤਰ੍ਹਾਂ ਨਜ਼ਰ ਆਉਣਗੇ। ਕੋਈ ਵੀ ਬੰਦਾ ਜਿਹੜਾ ਫੇਮਸ ਹੈ, ਮੈਂ ਤਾਂ ਫੇਮਸ ਨਹੀਂ ਹਾਂ, ਪਰ ਇਹ ਪਤਾ ਨਹੀਂ ਕੰਪਿਊਟਰ ਦੀ ਕੋਈ ਗੜਬੜੀ ਹੈ। ਕੋਈ ਵੀ ਬੰਦਾ ਸੈਲੀਬ੍ਰਿਟੀ ਹੈ ਜਾਂ ਫੇਮਸ ਹੈ, ਉਹਦੇ ਬਾਰੇ ਤੁਸੀਂ ਕੁਝ ਲੱਭਣਾ ਚਾਹੁੰਦੇ ਹੋ, ਤਾਂ ਤੁਸੀਂ ਪਹਿਲਾਂ ਦੇਖੋ ਕਿ ਉਹ ਬੰਦਾ ਜੇ ਪੰਜਾਬੀ ਜ਼ੁਬਾਨ ਦਾ ਰਾਈਟਰ ਹੈ ਤਾਂ ਤੁਸੀਂ ਪੰਜਾਬੀ 'ਚ ਲੱਭੋ, ਜ਼ਿਆਦਾ ਤੁਹਾਨੂੰ ਜਾਣਕਾਰੀ ਮਿਲੇਗੀ। ਸੋ ਇਹ ਸੀਗੇ ਯੂਨੀਕੋਡ ਦੇ ਵਿੱਚ ਕੰਮ ਕਰਨ ਦੇ ਫਾਇਦੇ।